ਇਹ ਸੰਦੇਸ਼ ਪਰਮੇਸ਼ਰ ਦੇ ਬੰਦੇ ਭਾਈ ਡਾਲਟਨ ਬਰੂਸ ਦੇ ਵੱਲੋਂ 29 ਅਪ੍ਰੈਲ 2020 ਦੇ ਵਿੱਚ ਬੈਥਲ ਦਾ ਹਾਊਸ ਆਫ ਗੋਡ ਟ੍ਰਿਨਿਡਾਡ ਵੈਸਟ ਇੰਡੀਜ਼ ਦੇ ਵਿੱਚ ਪ੍ਰਚਾਰ ਕੀਤਾ ਗਿਆ। ਇਸ ਸੰਦੇਸ਼ ਦਾ ਟਾਈਟਲ ਹੈ ਪਰਮੇਸ਼ਰ ਦੇ ਬੱਚਿਓ, ਕੀ ਅਸੀਂ ਪਰਮੇਸ਼ਰ ਦੇ ਨਿਆਂ ਤੇ ਬਵਾ ਦੇ ਵਿਰੁੱਧ ਸੁਰੱਖਿਅਤ ਹਾਂ। ਪਰਮੇਸ਼ਰ ਦੇ ਪਿਆਰੇ ਪੁੱਤਰੋ ਤੇ ਧੀਓ, ਦੁਨੀਆ ਭਰ ਦੇ ਪਰਮੇਸ਼ਰ ਦੇ ਪਿਆਰੇ ਬੱਚਿਓ, ਕੀ ਇਹ ਜਗਾਉਣ ਵਾਲੀ ਬੁਲਾਹਟ ਨਹੀਂ? ਕੀ ਇਹ ਵਾਇਰਸ, ਇਹ ਬਵਾ ਜਿਹੜੀ ਸਾਡੇ ਕੋਲ ਆਈ ਹੈ, ਜਿਹਨੂੰ ਅਸੀਂ ਬਾਈਬਲ ਦੇ ਸਮਿਆਂ ਵਿੱਚ ਵੇਖ ਕੇ ਵਿਚਾਰ ਕੀਤਾ, ਕੀ ਸਾਨੂੰ ਇਹ ਵਿਚਾਰ ਕਰਨਾ ਨਹੀਂ ਚਾਹੀਦਾ ਕਿ ਮਹਾਨ ਆਦਮੀਆਂ ਨੇ ਪਰਮੇਸ਼ਰ ਦੀ ਸ਼ਕਤੀ ਕਲੀਸਿਆ ਵਿੱਚ ਵਾਪਸ ਆਉਣ ਸੰਬੰਧੀ ਇਹਨਾਂ ਮਹਾਨ ਗੱਲਾਂ ਨੂੰ ਨਹੀਂ ਕਿਹਾ? ਕੀ ਅਸੀਂ ਇਹ ਕਹਿਣ ਵਿੱਚ ਗਲਤ ਹਾਂ ਜੋ ਉਹਨਾਂ ਨੇ ਕਿਹਾ ਅਤੇ ਆਪਣੀ ਸਮਝ ਦਾ ਇਤਬਾਰ ਨਹੀਂ ਕਰ ਰਹੇ ਹਾਂ? ਜਾਂ ਅਸੀਂ ਧੋਖਾ ਖਾ ਗਏ ਹਾਂ ਜਦੋਂ ਅਸੀਂ ਇਹਨਾਂ ਮਹਾਨ ਆਦਮੀਆਂ ਦੀਆਂ ਸਿੱਖਿਆਵਾਂ ਨੂੰ ਸਾਰੇ ਸੰਸਾਰ ਦੇ ਚਰਚਾਂ ਵਿੱਚ ਪ੍ਰਚਾਰ ਕਰਦੇ ਸੁਣਿਆ, ਜੋ ਲੋਕਾਂ ਨੂੰ ਕਹਿ ਰਹੇ ਸਨ ਕਿ ਸਾਡੇ ਵਿਚਕਾਰ ਪੈਂਤੇਕੁਸਤ ਦੀ ਸ਼ਕਤੀ ਦੀ ਘਾਟ ਹੈ? ਕੀ ਤੁਸੀਂ ਇਹਨਾਂ ਵਿੱਚੋਂ ਕੁਝ ਬਿਆਨਾਂ ਦਾ ਅਧਿਐਨ ਕੀਤਾ? ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਤੁਹਾਡੇ ਕੋਲ ਹੈ, ਅਤੇ ਜੋ ਤੁਸੀਂ ਅਧਿਐਨ ਕੀਤਾ ਉਸ ਦੀ ਰੋਸ਼ਨੀ ਵਿੱਚ ਤੇ ਜੋ ਲੋਕ ਉਠਾਏ ਜਾਣ ਵੱਲ ਤੱਕ ਰਹੇ ਹਨ, ਕੀ ਪਰਮੇਸ਼ਰ ਨੇ ਉਹਨਾਂ ਦੇ ਵਿਚਕਾਰ ਇਹ ਚੀਜ਼ ਸ਼ੇਅਰ ਕੀਤੀ ਹੈ? ਕੀ ਸੰਕਟ ਦੇ ਪਲ ਵਿੱਚ ਸਾਨੂੰ ਇਹ ਘੋਸ਼ਣਾ ਕਰਨੀ ਚਾਹੀਦੀ ਹੈ ਕਿ ਉਠਾਏ ਜਾਣ ਵਾਲਾ ਹੋਣ ਵਾਲਾ ਹੈ, ਰੈਪਚਰ ਹੋਣ ਵਾਲਾ ਹੈ, ਅਤੇ ਕੀ ਇਹ ਬਵਾ, ਇਹ ਵਾਇਰਸ ਜੋ ਇਹ ਲੰਘ ਰਿਹਾ ਹੈ, ਪਰਮੇਸ਼ਰ ਦੇ ਲੋਕਾਂ ਅਤੇ ਪਰਮੇਸ਼ਰ ਦੇ ਬੱਚਿਆਂ 'ਤੇ ਅਸਰ ਨਹੀਂ ਪਾ ਸਕਦਾ ਕਿਉਂਕਿ ਉਹ ਇੱਕ ਖਾਸ ਸੇਵਕਾਈ ਹੇਠਾਂ ਇਕੱਠੇ ਹੋਏ ਹਨ? ਕੀ ਇੱਥੇ ਪਵਿੱਤਰ ਲੇਖ ਜਿਸ ਵਿੱਚ ਅਸੀਂ ਵੇਖ ਸਕਦੇ ਹਾਂ, ਜਿੱਥੇ ਸਾਨੂੰ ਵਾਅਦਾ ਕੀਤਾ ਗਿਆ ਕਿ ਪੈਂਤੇਕੁਸਤ ਦੇ ਦਿਨ ਤੋਂ ਬਾਅਦ ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ, ਅਤੇ ਤੁਸੀਂ ਇਹਨਾਂ ਨਾਲੋਂ ਵੱਡੇ ਵੱਡੇ ਕੰਮ ਕਰੋਗੇ ਜਿਨ੍ਹਾਂ ਬਾਰੇ ਅਸੀਂ ਗੱਲਾਂ ਕਰਦੇ ਹਾਂ। ਵੱਡੇ ਵੱਡੇ ਕੰਮਾਂ ਨੂੰ ਛੱਡੋ, ਕੀ ਅਸੀਂ ਘੱਟੋ ਘੱਟ ਮਸੀਹ ਦੇ ਕੰਮ ਵੇਖ ਰਹੇ ਹਾਂ? ਅਸੀਂ ਉਹਨਾਂ ਨੂੰ ਬਾਈਬਲ ਵਿੱਚ ਲੱਭਿਆ। ਲੋਕ ਸੇਵਾਦਾਰਾਂ ਦੇ ਪਰਛਾਵੇਂ ਦੁਆਰਾ ਚੰਗੇ ਹੋਏ, ਮੁਰਦੇ ਜਿਉਂਦੇ ਹੋਏ, ਵਿੰਗੀਆਂ ਲੱਤਾਂ ਸਿੱਧੀਆਂ ਹੋਈਆਂ, ਤੇ ਬਹੁਤ ਸਾਰੇ ਚਿੰਨ੍ਹ ਅਚੰਭੇ ਰਸੂਲਾਂ ਦੇ ਕਿਤਾਬ ਦੀ ਕਿਤਾਬ 'ਚ ਲਿਖੇ ਹੋਏ ਹਨ। ਪਰਮੇਸ਼ਰ ਦੇ ਵਚਨ ਦੀਆਂ ਸਿੱਖਿਆਵਾਂ ਬਾਰੇ, ਜਿਸ ਨੇ ਕਿਹਾ ਕਿ 1906 ਸਨ ਦੇ ਵਿੱਚ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਦਾਨਾਂ ਦੀ ਬਹਾਲੀ ਸੀ, ਨਾ ਕਿ ਪੈਂਤੇਕੁਸਤ ਦੀ ਵਾਪਸੀ। ਇਹ ਮਹਾਨ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਜੋ 1906 ਸਨ ਵਿੱਚ ਆਇਆ, ਉਸ ਮਹਾਨ ਬੇਦਾਰੀ ਦੇ ਕਾਰਨ ਬਹੁਤ ਜਾਣੇ ਬਚਾਏ ਗਏ ਸਨ। ਪਰ ਇਸ ਦੇ ਬਾਅਦ ਜਦੋਂ ਉਹਨਾਂ ਨੇ ਗਲਤ ਸੋਚਿਆ ਕਿ ਇਹ ਪੈਂਤੇਕੁਸਤ ਦੀ ਵਾਪਸੀ ਹੈ, ਤਦ ਉਹਨਾਂ ਨੇ ਉਸ ਸ਼ਕਤੀ ਨੂੰ ਗਵਾ ਲਿਆ। ਪਰ ਇਹ ਅਸਲ ਵਿੱਚ ਦਾਨਾਂ ਦੀ ਬਹਾਲੀ ਸੀ। ਇਸ ਗੱਲ ਦਾ ਸਬੂਤ ਹੈ ਕਿ ਇਹ ਪੈਂਤੇਕੁਸਤ ਦੀ ਵਾਪਸੀ ਨਹੀਂ ਸੀ, ਕਿ ਇਹ ਚਿੰਨ੍ਹ, ਚਮਤਕਾਰ ਅਤੇ ਅਚੰਭੇ ਸਨ, ਕਿਉਂਕਿ ਉਹ ਕੁਝ ਦੇਰ ਬਾਅਦ ਉਹ ਮਰ ਗਏ ਸਨ। ਅਸੀਂ ਮਹਾਨ ਆਦਮੀਆਂ ਦੁਆਰਾ ਇਸਤੇਮਾਲ ਕੀਤੀ ਹੋਈ ਸ਼ਕਤੀ ਦੇ ਗੁਆਚ ਜਾਣ ਦੇ ਸਬੂਤ ਨੂੰ ਦੇਖਿਆ ਹੈ। ਇਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਉਸ ਸਮੇਂ ਸਾਰੇ ਵਚਨ ਦੀ ਬਹਾਲੀ ਨਹੀਂ ਹੋਈ ਸੀ। ਹੁਣ ਮੈਂ ਇੱਕ ਧਰਮ ਦੇ ਪਿੱਛੇ ਨਹੀਂ ਹਾਂ, ਮੈਂ ਸਿਰਫ ਆਦਮੀਆਂ ਦੀਆਂ ਸ਼ਖਸੀਅਤਾਂ ਨੂੰ ਉੱਚਾ ਨਹੀਂ ਚੁੱਕ ਰਿਹਾ ਹਾਂ, ਪਰ ਅਸੀਂ ਉਹਨਾਂ ਨੂੰ ਬਹੁਤ ਸਾਰੇ ਪੈਂਟੀਕੋਸਟਲ ਵਿਸ਼ਵ ਕੋਸ਼ਾਂ ਵਿੱਚ ਲੱਭ ਸਕਦੇ ਹਾਂ, ਅਤੇ ਇਹਨਾਂ ਆਦਮੀਆਂ ਦੇ ਨਾਮ ਪੂਰੇ ਸੰਸਾਰ ਦੇ ਵਿੱਚ ਉਸ ਮਹਾਨ ਬੇਦਾਰੀ ਵਿੱਚ ਹੋਣ ਦੇ ਨਾਲ ਮਸ਼ਹੂਰ ਹੋ ਗਏ ਜਿਹੜੀ ਕਿ ਹੋਈ, ਜਿਹਨੂੰ ਕਿ ਇੱਕ ਆਦਮੀ ਨੇ ਫੈਲਾਇਆ। ਕੀ ਸਾਨੂੰ ਵਿਚਾਰ ਕਰਨਾ ਨਹੀਂ ਚਾਹੀਦਾ ਕਿ ਇਹ ਖਤਮ ਹੋ ਗਈ ਸੀ, ਕਿਉਂਕਿ ਇੱਕ ਬੇਦਾਰੀ ਬਾਹਰ ਜਾ ਰਹੀ ਸੀ ਅਤੇ ਇੱਕ ਹੋਰ ਬੇਦਾਰੀ ਆਪਣੇ ਰਾਹ ਦੇ ਉੱਪਰ ਸੀ, ਜਿਹਨੂੰ ਕਿ ਆਖਰੀ ਬਾਰਿਸ਼ ਕਿਹਾ ਜਾਂਦਾ ਹੈ। ਅਤੇ ਫਿਰ ਨਤੀਜਾ ਇਹ ਹੈ ਕਿ 1906 ਸਨ ਦੀ ਬੇਦਾਰੀ ਪੈਂਤੇਕੁਸਤ ਦੀ ਵਾਪਸੀ ਨਹੀਂ ਸੀ, ਪਰ ਉੱਥੇ ਇੱਕ ਸ਼ਕਤੀਸ਼ਾਲੀ ਸਾਮਰਥ ਦੀ ਵਾਪਸੀ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਪਹਿਲਾਂ 1906 ਦਾ ਵਹਾਇਆ ਜਾਣਾ ਬਹਾਲੀ ਨਹੀਂ ਸੀ, ਜਿਹਨੂੰ ਕਿ ਕਲੀਸਿਆ ਉਡੀਕ ਰਹੀ ਸੀ, ਜਿੱਥੇ ਕਿ ਯੋਇਲ ਦੇ ਵਿੱਚ ਇਹ ਲਿਖਿਆ ਹੋਇਆ ਹੈ, ਮੈਂ ਬਹਾਲ ਕਰਾਂਗਾ, ਯਹੋਵਾ ਇੰਜ ਫਰਮਾਉਂਦਾ ਹੈ, ਸਾਰਾ ਕੁਝ ਜੋ ਗਵਾਚ ਚੁੱਕਾ ਸੀ। ਕੀ ਅਸੀਂ ਇਸ ਦੇ ਬਾਰੇ ਵਿਚਾਰ ਨਹੀਂ ਕੀਤਾ? ਸਾਡੇ ਕੋਲ ਪਰਮੇਸ਼ਰ ਦੇ ਵਚਨ ਦੀ ਬਹਾਲੀ ਤੋਂ ਬਾਅਦ ਕੀ ਅਸੀਂ ਉਸ ਬਹਾਲੀ ਨੂੰ ਨਹੀਂ ਵੇਖਿਆ?
ਕੀ ਅਸੀਂ ਕਹਿ ਸਕਦੇ ਹਾਂ ਕਿ ਆਖਰੀ ਦਿਨਾਂ ਵਿੱਚ ਜਿਹੜਾ ਵਚਨ ਸਾਡੇ ਕੋਲ ਆਇਆ ਸੀ ਉਹ ਪੈਂਤੇਕੁਸਤ ਦੀ ਬਹਾਲੀ ਹੈ? ਅਸੀਂ ਬਹਿਸ ਨਹੀਂ ਕਰ ਰਹੇ, ਅਸੀਂ ਸਿਰਫ ਪਵਿੱਤਰ ਸ਼ਾਸਤਰ ਵੱਲ ਇਸ਼ਾਰਾ ਕਰ ਰਹੇ ਹਾਂ। ਪੈਂਤੇਕੁਸਤ ਦੇ ਸਮੇਂ ਜਿਹੜਾ ਵਚਨ ਯਿਸੂ ਮਸੀਹ ਨੇ ਦਿੱਤਾ ਸੀ ਉਹ ਇੱਕ ਹਿੱਸਾ ਸੀ, ਪਰ ਕੋਈ ਚੀਜ਼ ਵਚਨ ਦਾ ਪਿੱਛਾ ਕਰਨ ਜਾ ਰਹੀ ਸੀ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੁਆਰਾ ਬਹਾਲ ਕੀਤਾ ਗਿਆ ਸੀ, ਅਤੇ ਉਹਨਾਂ ਦੇ ਕੋਲ ਹਕੀਕੀ ਰੂਪ ਦੇ ਵਿੱਚ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਸੀ। ਇਸ ਲਈ ਵਚਨ ਪਹਿਲਾਂ ਸੀ ਅਤੇ ਉਸ ਤੋਂ ਬਾਅਦ ਪੈਂਤੇਕੁਸਤ ਦਾ ਦਿਨ ਆਇਆ ਸੀ। ਕੀ ਸਾਨੂੰ ਵਿਸ਼ਵਾਸੀਆਂ ਨੂੰ ਇਹ ਕਹਿਣ ਦੇ ਲਈ ਡਰ ਹੈ ਕਿ ਉਹ ਵਚਨ ਜੋ ਯਿਸੂ ਨੇ ਪ੍ਰਚਾਰ ਕੀਤਾ ਉਹ ਪਵਿੱਤਰ ਆਤਮਾ ਦਾ ਵਹਾਇਆ ਜਾਣਾ, ਪਰਮੇਸ਼ਵਰ ਦੀ ਮੋਹਰ, ਪਵਿੱਤਰ ਆਤਮਾ ਦਾ ਬਪਤਿਸਮਾ ਸੀ? ਮੈਂ ਇਸ ਨੂੰ ਸਮਝ ਨਹੀਂ ਸਕਦਾ, ਕਿਉਂਕਿ ਅਸੀਂ ਪਵਿੱਤਰ ਸ਼ਾਸਤਰ ਵਿੱਚ ਪੜ੍ਹ ਰਹੇ ਹਾਂ ਕਿ ਵਚਨ ਪਹਿਲਾਂ ਸੀ ਅਤੇ ਇਹ ਪ੍ਰਭੂ ਯਿਸੂ ਮਸੀਹ ਦੁਆਰਾ ਆਇਆ, ਜਿਸ ਤੋਂ ਪਹਿਲਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਉਸ ਤੋਂ ਪਹਿਲਾਂ ਭੇਜਿਆ ਗਿਆ ਸੀ। ਉਸ ਤੋਂ ਬਾਅਦ ਉਹ ਇਸ 'ਤੇ ਸੰਤੁਸ਼ਟ ਨਹੀਂ ਹੋ ਸਕਦੇ ਸਨ ਤੇ ਕਹਿਣ ਕਿ ਇਹ ਪਵਿੱਤਰ ਆਤਮਾ ਦਾ ਮਹਾਨ ਬਪਤਿਸਮਾ ਸੀ ਤੇ ਇਹਨੂੰ ਵਚਨ ਦੇ ਵਜੋਂ ਧਿਆਨ ਕਰਨ ਜਿਹਦੇ ਨਾਲ ਯਿਸੂ ਆਇਆ। ਨਹੀਂ, ਉਹ ਦੋ ਵੱਖਰੇ ਵੱਖਰੇ ਆਰਟੀਕਲ ਸਨ। ਜਾਂ ਤੀਕਰ ਮੈਂ ਗਲਤ ਹਾਂ ਅਤੇ ਮੈਨੂੰ ਠੀਕ ਹੋਣਾ ਜ਼ਰੂਰੀ ਹੈ, ਪਰ ਮੈਂ ਪਵਿੱਤਰ ਸ਼ਾਸਤਰ ਨੂੰ ਲਿਆ ਜੋ ਬਿਲਕੁਲ ਠੀਕ ਹੈ, ਜਿਹਦੇ ਵਿੱਚ ਵਚਨ ਪਹਿਲਾਂ ਸੀ ਅਤੇ ਫਿਰ ਹਕੀਕੀ ਰੂਪ ਦੇ ਵਿੱਚ ਪਵਿੱਤਰ ਆਤਮਾ ਦਾ ਬਪਤਿਸਮਾ ਆਇਆ, ਜਿਵੇਂ ਯਿਸੂ ਮਸੀਹ ਨੇ ਵਾਅਦਾ ਕੀਤਾ ਸੀ ਕਿ ਤੁਸੀਂ ਯਰੂਸ਼ਲਮ 'ਚ ਠਹਿਰੇ ਰਹੋ ਜਦ ਤੀਕਰ ਉੱਪਰੋਂ ਸ਼ਕਤੀ ਨਾ ਪਾ ਲਵੋ। ਉਹਨਾਂ ਨੇ ਪਰਮੇਸ਼ਰ ਦਾ ਵਚਨ ਸੁਣਿਆ ਅਤੇ ਉਹ ਪੈਂਤੇਕੁਸਤ ਤੱਕ ਚਲੇ ਗਏ ਅਤੇ ਉੱਥੇ ਸਵਰਗ ਤੋਂ ਇੱਕ ਆਵਾਜ਼ ਆਈ ਜਿਵੇਂ ਵੱਡੀ ਹਨੇਰ ਦੀ ਗੂੰਜ ਹੋਵੇ। ਇਹਨੇ ਉਹਨਾਂ ਨੂੰ ਪਵਿੱਤਰ ਆਤਮਾ ਨਾਲ ਭਰ ਦਿੱਤਾ। ਭਾਵੇਂ ਉਹਨਾਂ ਰਸੂਲਾਂ ਦੇ ਵਿੱਚ ਪਰਮੇਸ਼ਰ ਆਤਮਾ ਕੰਮ ਕਰ ਰਿਹਾ ਸੀ, ਚਿੰਨ੍ਹ ਅਤੇ ਅਚੰਭੇ ਕੰਮ ਹੋਏ ਅਤੇ ਕੁਝ ਦੇਰ ਬਾਅਦ ਇਹ ਬੰਦ ਹੋ ਗਏ, ਪਰ ਵਾਅਦਾ ਉੱਥੇ ਉੱਦਾਂ ਦਾ ਹੀ ਬਰਕਰਾਰ ਸੀ ਕਿ ਤੁਸੀਂ ਯਰੂਸ਼ਲਮ ਵਿੱਚ ਠਹਿਰੇ ਰਹੋ ਜਦ ਤੱਕ ਉੱਪਰੋਂ ਸ਼ਕਤੀ ਨਾ ਪਾ ਲਵੋ, ਫਿਰ ਤੁਸੀਂ ਮੇਰੇ ਗਵਾਹ ਹੋਵੋਗੇ। ਅਤੇ ਪਰਮੇਸ਼ਰ ਦੀ ਮਹਾਨ ਸ਼ਕਤੀ ਆਈ ਅਤੇ ਜਦ ਇਹ ਆਈ, ਇਹਨੇ ਠੀਕ ਉਹ ਕੀਤਾ ਜੋ ਯਿਸੂ ਨੇ ਕਿਹਾ ਸੀ ਕਿ ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ, ਪਰ ਇਸ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ। ਕੀ ਅਸੀਂ ਗੁੰਮਰਾਹ ਹਾਂ? ਕੀ ਸੰਸਾਰ ਭਰ ਦੇ ਪਰਮੇਸ਼ਰ ਦੇ ਬੱਚੇ ਗੁੰਮਰਾਹ ਹਨ? ਅਤੇ ਇੱਥੇ ਦੁਨੀਆ ਭਰ ਦੇ ਵਿੱਚ ਇੱਕ ਆਦਮੀ ਖੜਾ ਇਹ ਕਹਿ ਰਿਹਾ ਸੀ ਕਿ 1906 ਸਨ ਦੇ ਪੈਂਟੀਕੋਸਟਲ ਵਿੱਚ ਪੈਂਤੇਕੁਸਤ ਦੇ ਦਿਨ ਦੀ ਤਰ੍ਹਾਂ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਨਹੀਂ ਸੀ, ਪਰ ਇਹ ਸਿਰਫ ਦਾਨਾਂ ਦੀ ਬਹਾਲੀ ਸੀ। ਪਰ ਇੱਥੇ ਪਹਿਲੇ ਕਲੀਸੇ ਕਾਲ ਦੇ ਵਾਂਗ ਹੀ ਪਵਿੱਤਰ ਆਤਮਾ ਪੈਂਤੇਕੁਸਤ ਦੀ ਵਾਪਸੀ ਜ਼ਰੂਰੀ ਹੈ। ਕੀ ਉਠਾਏ ਜਾਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਵਾਅਦੇ ਨੂੰ ਤੱਕਣ ਦੇ ਲਈ ਅਸੀਂ ਗਲਤ ਹਾਂ? ਜਿਹੜੀ ਸ਼ਕਤੀ ਪਵਿੱਤਰ ਆਤਮਾ ਦੇ ਵਹਾਏ ਜਾਣ ਨੂੰ ਲੈ ਕੇ ਆਵੇਗੀ, ਉਹ ਸਾਡੇ ਸਰੀਰਾਂ ਨੂੰ ਬਦਲਣ ਅਤੇ ਉਠਾਏ ਜਾਣ ਦੇ ਵਿੱਚ ਲਈ ਸਾਨੂੰ ਸ਼ਕਤੀ ਦੇਵੇਗੀ। ਕੀ ਪਰਮੇਸ਼ਰ ਦੇ ਮਹਾਨ ਸੇਵਾਦਾਰ ਦੇ ਆਦੇਸ਼ਾਂ ਦੇ ਪਿੱਛੇ ਚੱਲ ਕੇ ਅਸੀਂ ਧੋਖਾ ਖਾਧਾ? ਕੀ ਸਾਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿ ਇੰਨੇ ਲੰਬੇ ਸਮੇਂ ਤੋਂ, ਜਿਵੇਂ ਅਸੀਂ ਸੁਣਿਆ, ਵਚਨ ਪਹਿਲਾਂ ਅਤੇ ਫਿਰ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਹੋਵੇਗਾ, ਜਿੱਦਾਂ ਪੈਂਤੇਕੁਸਤ ਦਿਨ ਹੋਇਆ। ਬਿਲਕੁਲ ਉਸੇ ਤਰ੍ਹਾਂ ਦੇ ਚਿੰਨ੍ਹ, ਅਚੰਭੇ ਅਤੇ ਚਮਤਕਾਰ ਕੰਮ ਕਰ ਰਹੇ ਹੋਣਗੇ ਜਿਸ ਤਰ੍ਹਾਂ ਉਹਨਾਂ ਨੇ ਰਸੂਲਾਂ ਦੇ ਕਰਤੱਵ ਦੀ ਕਿਤਾਬ ਵਿੱਚ ਕੀਤੇ। ਅਤੇ ਉਸਨੇ ਇੱਕ ਹੋਰ ਜਗ੍ਹਾ ਇਹ ਵੀ ਕਿਹਾ ਸੀ ਕਿ ਉੱਥੇ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਸਵਰਗ ਤੋਂ ਵੱਡੀ ਹਨੇਰ ਦੀ ਗੂੰਜ ਦੀ ਆਵਾਜ਼ ਨਾਲ ਜ਼ਰੂਰ ਹੋਵੇਗਾ ਅਤੇ ਇਹ ਪਰਮੇਸ਼ਰ ਦੀ ਕਲੀਸਿਆ ਨੂੰ ਭਰ ਦੇਵੇਗਾ। ਕੀ ਉਹ ਅਜਿਹਾ ਬਿਆਨ ਦੇਣ ਦੇ ਵਿੱਚ ਗੈਰ ਜ਼ਿੰਮੇਵਾਰ ਸੀ? ਜੇ ਉਹ ਇਸ ਤਰ੍ਹਾਂ ਦਾ ਬਿਆਨ ਦੇਣ ਦੇ ਵਿੱਚ ਗੈਰ ਜ਼ਿੰਮੇਵਾਰ ਸੀ, ਤਦ ਅਸੀਂ ਧੋਖਾ ਖਾਧਾ ਤੇ ਜਿਹਦੇ ਉੱਪਰ ਵਿਸ਼ਵਾਸ ਕਰਨਾ ਔਖਾ ਹੈ। ਕੀ ਉਹ ਇਹ ਕਹਿਣ ਦੇ ਲਈ ਗੈਰ ਜ਼ਿੰਮੇਵਾਰ ਸੀ ਕਿ 1906 ਸਨ ਪੈਂਤੇਕੁਸਤ ਦੀ ਵਾਪਸੀ ਨਹੀਂ ਸੀ? ਪਰ ਇੱਥੇ ਡਾਇਨਾਮਿਕ ਸ਼ਕਤੀ ਦੀ ਵਾਪਸੀ ਦੀ ਜ਼ਰੂਰਤ ਹੈ ਅਤੇ ਇਹ ਬਹਾਲੀ ਲਿਆਵੇਗੀ ਜਿਵੇਂ ਕਿ ਯੋਅਲ ਦੀ ਪੋਥੀ ਵਿੱਚ ਵਾਅਦਾ ਕੀਤਾ ਗਿਆ ਸੀ। ਕੀ ਇਹ ਵਿਸ਼ਵਾਸ ਕਰਨਾ ਗਲਤ ਹੈ? ਕੀ ਉਸ ਸੇਵਾਦਾਰ ਤੇ ਵਿਸ਼ਵਾਸ ਕਰਨਾ ਅਨੁਚਿਤ ਹੈ? ਕੀ ਇਸ ਸੱਚਾਈ ਨੂੰ ਸੁਣਨਾ ਅਤੇ ਇੱਕ ਹੋਰ ਪਵਿੱਤਰ ਆਤਮਾ ਦੇ ਵਹਾਏ ਜਾਣ ਦੀ ਆਸ ਰੱਖਣਾ ਠੀਕ ਨਹੀਂ ਹੈ? ਜਾਂ ਕੀ ਅਸੀਂ ਉਠਾਏ ਜਾਣ ਦੇ ਲਈ ਤਿਆਰ ਹਾਂ? ਕੀ ਸਾਨੂੰ ਚੁੱਪਚਾਪ ਇਹ ਵਿਸ਼ਵਾਸ ਕਰਨਾ ਪੈਣਾ ਹੈ ਕਿ ਜੇ ਅਜਿਹਾ ਵਹਾਇਆ ਜਾਣਾ ਜੋ 1906 ਸਨ ਦੇ ਵਿੱਚ ਆਇਆ ਅਤੇ ਉਸ ਯੁੱਗ ਦੇ ਲੋਕਾਂ ਨੇ ਉਸ ਨੂੰ ਹਾਸਲ ਕੀਤਾ ਅਤੇ 1906 ਸਨ ਦੇ ਵਿਚਲੇ ਉਸ ਵਹਾਏ ਜਾਣ ਦੇ ਦੁਆਰਾ ਬਿਨਾਂ ਚਿੰਨ੍ਹਾਂ ਅਚੰਭਿਆਂ ਨੂੰ ਪ੍ਰਦਰਸ਼ਿਤ ਕੀਤੀਆਂ ਤੇ ਇੱਕ ਨਬੀ ਦੁਆਰਾ ਵਚਨ ਨੂੰ ਬਹਾਲ ਕੀਤਾ ਹੋਇਆ ਹੋਣ ਕਰਕੇ ਅਸੀਂ ਉਹ ਲੋਕ ਉਠਾਏ ਜਾਣ ਦੇ ਵੱਲ ਤੱਕ ਰਹੇ ਹਾਂ? ਜਾਂ ਅਸੀਂ ਆਪਣੇ ਆਪ ਨੂੰ
ਚਿੰਨ੍ਹ ਲੱਭਣ ਵਾਲੇ ਦੇ ਤੌਰ 'ਤੇ ਲੱਭ ਲਿਆ ਹੈ ਅਤੇ ਇੱਥੇ ਕੀਤੇ ਹੋਏ ਵਾਅਦੇ ਦੇ ਵਹਾਏ ਜਾਣ ਦਾ ਕੋਈ ਸਬੂਤ ਨਹੀਂ ਹੈ। ਕੀ ਅਸੀਂ ਗੋਸ਼ਨ ਦੇ ਵਿੱਚ ਹਾਂ? ਕੀ ਸਾਡੇ ਵਿੱਚ ਜ਼ਬੂਰ 91 ਕੰਮ ਦੇ ਉੱਪਰ ਹੈ? ਕੀ ਅਸੀਂ ਬਿਨਾਂ ਸੰਪੂਰਨਤਾ ਦੀ ਸਥਿਤੀ ਵਿੱਚ ਧਰਤੀ ਤੋਂ ਜਾ ਰਹੇ ਹਾਂ, ਜਿੱਥੇ ਜ਼ਬੂਰ 91 ਆਪਣੇ ਸਾਰੇ ਵਾਅਦਿਆਂ ਦੇ ਨਾਲ ਪ੍ਰਦਰਸ਼ਿਤ ਨਹੀਂ ਕੀਤਾ ਗਿਆ, ਜਿੱਥੇ ਬਾਵਾਂ ਲੰਘ ਰਹੀਆਂ ਹੋਣ, ਜਿੱਥੇ ਵਾਇਰਸ ਲੰਘ ਰਹੇ ਹੋਣਗੇ ਅਤੇ ਦੁਸ਼ਟਾਂ ਨੂੰ ਮਾਰ ਰਹੇ ਹੋਣਗੇ ਅਤੇ ਸਾਨੂੰ ਪਰਮੇਸ਼ਰ ਦੇ ਬੱਚਿਆਂ ਨੂੰ ਬਚਾ ਰਹੇ ਹੋਣਗੇ? ਕੀ ਅਸੀਂ ਉਹ ਵੇਖਿਆ ਹੈ? ਕੀ ਅਸੀਂ ਇਹਦੇ ਬਾਰੇ ਸ਼ੇਖੀ ਮਾਰ ਸਕਦੇ ਹਾਂ? ਕੀ ਇਹ ਦਾਅਵਾ ਕਰਨ ਵਿੱਚ ਡਰ ਹੈ, ਜਦੋਂ ਕਿ ਲੋਕ ਪਰਮੇਸ਼ਰ ਦੇ ਬੱਚਿਆਂ ਤੋਂ ਮਰ ਰਹੇ ਹਨ ਅਤੇ ਇਹ ਗੋਸ਼ਿਆਂ ਦੀ ਤਰ੍ਹਾਂ ਨਹੀਂ ਹੈ? ਕੀ ਇਹ ਕਹਿਣ ਤੋਂ ਵੀ ਡਰ ਹੈ ਕਿ ਅਸੀਂ ਗੋਸ਼ਿਆਂ ਦੀ ਧਰਤੀ ਦੇ ਉੱਪਰ ਰਹਿਣ ਵਾਂਗਦੇ ਹਾਂ ਅਤੇ ਇਹ ਬਵਾ ਜੋ ਲੰਘ ਰਹੀ ਹੈ ਸਾਡੇ 'ਤੇ ਅਸਰ ਨਹੀਂ ਕਰੇਗੀ? ਕੀ ਸਾਡੇ ਕੋਲ ਜ਼ਬੂਰ 91 ਐਕਸ਼ਨ ਦੇ ਵਿੱਚ ਹੈ? ਮੈਂ ਬਹਿਸ ਨਹੀਂ ਕਰ ਰਿਹਾ ਹਾਂ, ਨਹੀਂ, ਇਹ ਇੱਕ ਜਾਂਚ ਪੜਤਾਲ ਹੈ। ਸਾਨੂੰ ਪਰਮੇਸ਼ਰ ਦੇ ਲੋਕ ਹੋਣ ਦੇ ਨਾਤੇ ਪਵਿੱਤਰ ਸ਼ਾਸਤਰ ਵਿੱਚ ਵੇਖਣਾ ਜ਼ਰੂਰੀ ਹੈ। ਕੀ ਤੁਸੀਂ ਪਵਿੱਤਰ ਸ਼ਾਸਤਰ ਦੀ ਪੜਤਾਲ ਕਰ ਰਹੇ ਹੋ? ਕੀ ਤੁਸੀਂ ਵਾਅਦਿਆਂ ਨੂੰ ਵੇਖ ਰਹੇ ਹੋ ਜੋ ਮਹਾਨ ਆਦਮੀਆਂ ਨੇ ਸੰਸਾਰ ਭਰ ਵਿੱਚ ਪ੍ਰਚਾਰ ਕੀਤੇ ਕਿ ਸਾਡੇ ਕੋਲ 1906 ਸੰਨ ਦੇ ਵਿੱਚ ਪੈਂਤੇਕੋਸਤ ਦੀ ਵਾਪਸੀ ਨਹੀਂ ਸੀ, ਪਰ ਉੱਥੇ ਇੱਕ ਡਾਇਨਾਮਿਕ ਸ਼ਕਤੀ ਦੀ ਜ਼ਰੂਰਤ ਹੋਵੇਗੀ ਜਿਹੜੀ ਬਹਾਲ ਹੋਵੇਗੀ, ਜਿਵੇਂ ਕਿ ਜੋਇਲ ਦੀ ਪੋਥੀ ਦੇ ਵਿੱਚ ਲਿਖਿਆ ਹੋਇਆ ਹੈ? ਕੀ ਸਾਨੂੰ ਠੀਕ ਹੋਣਾ ਜ਼ਰੂਰੀ ਹੈ? ਕੀ ਅਸੀਂ ਧੋਖਾ ਖਾਧੀ ਕਲੀਸਿਆ ਹਾਂ? ਕੀ ਅਸੀਂ ਵੇਖਿਆ ਕਿਉਂ ਮੂਰਖ ਕੁਆਰੀਆਂ ਕੋਲ ਤੇਲ ਨਾ ਹੋਣ ਦੇ ਕਰਕੇ ਉਹ ਉਠਾਏ ਜਾਣ ਤੋਂ ਖੁੰਝ ਗਈਆਂ, ਪਰ ਚਾਤਰ ਕੁਆਰੀਆਂ ਉਠਾਏ ਜਾਣ ਵਿੱਚ ਚਲੀਆਂ ਗਈਆਂ? ਮੱਤੀ ਦੀ ਅੰਜੀਲ ਉਹਦਾ 25ਵਾਂ ਅਧਿਆਇ। ਕੀ ਅਸੀਂ ਭਵਿੱਖਬਾਣੀ ਦੇ ਅਨੁਸਾਰ ਇੱਕ ਨਵੇਂ ਨਾਮ ਦੀ ਭਾਲ ਕਰਨ ਦੇ ਵਿੱਚ ਗਲਤ ਹਾਂ? ਅਤੇ ਜਿਵੇਂ ਕਿ ਬਹੁਤ ਸਾਰੇ ਬੁੱਲਾਂ ਦੁਆਰਾ ਕਿਹਾ ਗਿਆ ਕਿ ਪਰਮੇਸ਼ਰ ਦਾ ਇੱਕ ਸੇਵਾਦਾਰ ਉਸ ਨਵੇਂ ਨਾਮ ਦੇ ਦੁਆਰਾ 1 ਅਰਬ ਟਨ ਮੱਖੀਆਂ ਮੰਗਵਾ ਸਕਦਾ ਅਤੇ ਉਹ ਉੱਥੇ ਹੋਣਗੀਆਂ ਅਤੇ ਇਹ ਧਰਤੀ ਉੱਪਰ ਡਾਇਨਾਮਿਕ ਸ਼ਕਤੀ ਨਾਲ ਪੂਰਾ ਹੋਣ ਜਾ ਰਿਹਾ ਹੈ। ਕੀ ਪਰਮੇਸ਼ਰ ਦੀ ਕਲੀਸਿਆ ਹੋਣ ਦੇ ਨਾਤੇ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਇਹ ਕਲੇਸ਼ ਕਾਲ ਵਿੱਚ ਵਾਪਰਨ ਜਾ ਰਿਹਾ ਹੈ ਜਾਂ ਉਠਾਏ ਜਾਣ ਤੋਂ ਪਹਿਲਾਂ ਵਾਪਰੇਗਾ ਅਤੇ ਅਸੀਂ ਇਸ ਤਰ੍ਹਾਂ ਦੇ ਡਾਇਨਾਮਿਕ ਸ਼ਕਤੀ ਪਰਮੇਸ਼ਰ ਦੇ ਨਾਮ ਦੁਆਰਾ ਵੇਖਾਂਗੇ? ਇਹ ਨਵਾਂ ਨਾਮ ਪ੍ਰਕਾਸ਼ ਦੀ ਪੋਥੀ 19 ਅਧਿਆਇ ਵਿੱਚ ਦਰਜ ਹੈ ਅਤੇ ਇੱਕ ਸਮੇਂ ਪ੍ਰਭੂ ਨੇ ਯਹੋਵਾ ਨਾਮ ਦਾ ਇਸਤੇਮਾਲ ਕੀਤਾ। ਇਹ ਆਦਰਯੋਗ ਹੈ, ਇਹ ਮਹਾਨ ਹੈ ਅਤੇ ਜਦੋਂ ਪੁਰਾਣੇ ਨੇਮ ਦੇ ਵਿੱਚ ਬਲਦਾਂ ਤੇ ਬੱਕਰਿਆਂ ਦਾ ਅਤੇ ਜਾਨਵਰਾਂ ਦਾ ਲਹੂ ਵਹਾਇਆ ਜਾਂਦਾ ਸੀ ਤਦ ਪ੍ਰਭੂ ਨੇ ਇਹਨੂੰ ਇਸਤੇਮਾਲ ਕੀਤਾ, ਪਰ ਫਿਰ ਜਦੋਂ ਸਾਡਾ ਪ੍ਰਭੂ ਧਰਤੀ ਉੱਪਰ ਆਇਆ ਉਸ ਨੂੰ ਯਿਸੂ ਦੇ ਨਾਮ ਨਾਲ ਬੁਲਾਇਆ ਗਿਆ ਅਤੇ ਤਦ ਉਹ ਫਿਰ ਯਿਸੂ ਮਸੀਹ ਬਣ ਗਿਆ, ਕਿਉਂਕਿ ਪਰਮੇਸ਼ਰ ਨੇ ਪ੍ਰਭੂ ਯਿਸੂ ਵਿੱਚ ਵਾਸ ਕੀਤਾ। ਪ੍ਰਭੂ ਦੀ ਪਹਿਲੀ ਆਮਦ ਸਮੇਂ ਪਰਮੇਸ਼ਰ ਨੇ ਉਸ ਸਮੇਂ ਵਿੱਚ ਨਵੇਂ ਨਾਮ ਨੂੰ ਲੈ ਲਿਆ। ਅਸੀਂ ਇੱਥੇ ਹਾਂ ਜਿਵੇਂ ਕਿ ਪਰਮੇਸ਼ਰ ਦੇ ਬੱਚਿਆਂ ਨੂੰ ਪਰਮੇਸ਼ਰ ਨੇ ਨਾਮ ਬਦਲ ਕੇ ਦੇਣ ਦਾ ਵਾਅਦਾ ਕੀਤਾ ਸੀ, ਕਿਉਂਕਿ ਮਸੀਹ ਇੱਕ ਵਿਜੇਤਾ ਬਣ ਕੇ ਆ ਰਿਹਾ ਹੈ, ਇਸ ਲਈ ਨਾਮ ਬਦਲ ਦਿੱਤਾ ਗਿਆ। ਸਾਡੇ ਕੋਲ ਪਰਮੇਸ਼ਰ ਦਾ ਇੱਕ ਨਵਾਂ ਨਾਮ ਹੋਣਾ ਚਾਹੀਦਾ ਹੈ। ਕੀ ਇਹ ਪਰਮੇਸ਼ਰ ਦੇ ਬੱਚਿਆਂ ਦੇ ਉਠਾਏ ਜਾਣ ਤੋਂ ਬਾਅਦ ਵਾਪਰਦਾ ਹੈ ਜਾਂ ਕੀ ਇਹ ਯੂਹੰਨਾ ਉਹਦਾ 14ਵਾਂ ਅਧਿਆਇ ਉਹਦੀ 12ਵੀਂ ਆਇਤ ਨੂੰ ਜਿਉਂਦਾ ਕਰਨ ਦੇ ਲਈ ਉਠਾਏ ਜਾਣ ਤੋਂ ਪਹਿਲਾਂ ਵਾਪਰਦਾ ਹੈ, ਜਿਸ ਆਇਤ ਵਿੱਚ ਕਿਹਾ ਗਿਆ ਹੈ, ਸੋ ਇਹ ਕੰਮ ਜਿਹੜੇ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ, ਸਗੋਂ ਇਹਨਾਂ ਨਾਲੋਂ ਵੱਡੇ ਵੱਡੇ ਕੰਮ ਕਰੋਗੇ, ਕਿਉਂਕਿ ਮੈਂ ਆਪਣੇ ਪਿਤਾ ਦੇ ਕੋਲ ਜਾਂਦਾ ਹਾਂ। ਕੀ ਸਾਨੂੰ ਇਸ ਭਵਿੱਖਬਾਣੀ ਨੂੰ ਰੱਦ ਕਰਨਾ ਚਾਹੀਦਾ ਹੈ ਜੋ ਸਾਨੂੰ ਉਠਾਏ ਜਾਣ ਦੀ ਆਸ ਅਤੇ ਲੋਕਾਂ ਨੂੰ ਇਹ ਦੱਸਦੀ ਹੈ ਕਿ ਇਹ ਬਵਾ ਸਾਨੂੰ ਛੂ ਨਹੀਂ ਸਕਦੀ, ਕਿ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਵਚਨ ਦੇ ਰੂਪ ਵਿੱਚ ਹੈ? ਮੇਰੀ ਮਦਦ ਕਰੋ, ਮੈਂ ਇਹ ਸਮਝ ਨਹੀਂ ਸਕਦਾ। ਕਿ ਬੈਤਲ ਦਾ ਹਾਊਸ ਆਫ ਗੋਡ ਨੇ ਧਰਤੀ ਉੱਪਰ ਇੱਕ ਵਾਰ ਹੋਰ ਪਵਿੱਤਰ ਆਤਮਾ ਦੇ ਵਹਾਏ ਜਾਣ ਦਾ ਆਉਣਾ ਦੀ ਭਵਿੱਖਬਾਣੀ ਉੱਪਰ ਵਿਸ਼ਵਾਸ ਕਰਨ ਦੁਆਰਾ ਧੋਖਾ ਖਾਧਾ ਹੈ? ਕੀ ਸਾਨੂੰ ਆਪਣੀਆਂ ਸਿੱਖਿਆਵਾਂ ਨੂੰ ਬਦਲ ਲੈਣਾ ਚਾਹੀਦਾ ਹੈ ਅਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਅਸੀਂ ਇੱਕ ਸ਼ਕਤੀਹੀਨ ਕਲੀਸਿਆ ਦੇ ਵਜੋਂ ਉੱਪਰ ਉਠਾਏ ਜਾਣ ਵਿੱਚ ਜਾ ਰਹੇ ਹਾਂ? ਪਰਮੇਸ਼ਰ ਸਾਡੀ ਮਦਦ ਕਰੇ। ਪਰਮੇਸ਼ਰ ਦੇ ਬੱਚਿਓ, ਜੇ ਅਸੀਂ ਗਲਤ ਹਾਂ, ਅਸੀਂ ਪਰਮੇਸ਼ਰ ਦੀ ਕਿਰਪਾ ਦੇ ਉੱਪਰ ਖੜੇ ਹਾਂ, ਪਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਇਸ ਆਦਮੀ ਨੂੰ ਸਮਝਿਆ ਹੈ ਅਤੇ ਪਵਿੱਤਰ ਆਤਮਾ ਦੇ ਵਹਾਏ ਜਾਣ ਦੇ ਉੱਪਰ ਵਿਸ਼ਵਾਸ ਤੇ ਉਮੀਦ ਕਰਦੇ ਹਾਂ। ਹੋਵੇ ਕਿ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਅਤੇ ਤੁਹਾਡੇ ਸਾਰੇ ਰਾਹਾਂ ਵਿੱਚ ਤੁਹਾਡੀ ਰਾਖੀ ਕਰੇ।
ਤੇ ਸਾਨੂੰ ਸਮਝ ਤੇ ਰੋਸ਼ਨੀ ਦੇਵੇ। ਆਮੀਨ ਤੇ ਆਮੀਨ।